ਹੈਲੋ ਸਟੂਡੈਂਟਸ, ਅੱਜ ਅਸੀਂ ਡਿਸਕਸ ਕਰਾਂਗੇ ਮੈਜਿਸਟ੍ਰੇਟ ਦੀ ਪਾਵਰਾਂ ਬਾਰੇ। ਕਿਸ ਚੀਜ਼ ਦੀ ਪਾਵਰ? ਕਿ ਟੂ ਟੇਕ ਨੋਟਿਸ ਔਰ ਕੋਗਨੀਜੈਂਸ ਇਨ ਕ੍ਰਿਮੀਨਲ ਕੇਸਿਸ। ਸੈਕਸ਼ਨ 190 190 CRPC ਇਸ ਚੀਜ਼ ਨੂੰ ਡਿਫਾਈਨ ਕਰਦਾ ਹੈ। ਮੈਜਿਸਟ੍ਰੇਟ ਆਫ ਫਸਟ ਕਲਾਸ ਐਂਡ ਮੈਜਿਸਟ੍ਰੇਟ ਆਫ ਸੈਕੰਡ ਕਲਾਸ ਦੋਵੇਂ ਹੀ ਕੋਗਨੀਜੈਂਸ ਲੈ ਸਕਦੇ ਨੇ, ਜੁਡੀਸ਼ੀਅਲ ਨੋਟਿਸ ਲੈ ਸਕਦੇ ਨੇ ਕਿਸੇ ਵੀ ਕ੍ਰਿਮੀਨਲ ਕੇਸ ਦੇ ਵਿੱਚ। ਕਦੋਂ ਲੈਂਦੇ ਹੈ? ਸਭ ਤੋਂ ਪਹਿਲਾਂ ਜਦੋਂ ਕੰਪਲੇਂਟ ਫਾਈਲ ਕਰਦਾ ਹੈ ਜੱਜ ਦੇ ਸਾਹਮਣੇ, ਉਦੋਂ ਲੈ ਸਕਦੇ ਨੇ, ਜਾਂ ਜਦੋਂ ਪੁਲਿਸ ਰਿਪੋਰਟ ਪੇਸ਼ ਕਰਦੀ ਹੈ ਜੱਜ ਦੇ ਮੂਹਰੇ, ਜੱਜ ਉਦੋਂ ਕੋਗਨੀਜੈਂਸ ਲੈ ਸਕਦਾ ਹੈ। ਤੀਜਾ, ਜੱਜ ਨੂੰ ਕਿਸੇ ਹੋਰ ਤੋਂ ਪਤਾ ਲੱਗਦਾ ਹੈ ਅਦਰ ਦੈਨ ਕੰਪਲੇਨੈਂਟ, ਅਦਰ ਦੈਨ ਪੁਲਿਸ ਆਫੀਸ਼ੀਅਲਸ। ਇਹ ਵੀ ਹੋ ਸਕਦਾ ਹੈ ਕਿ ਉਸਨੂੰ ਆਪਣੀ ਨੌਲੇਜ ਦੇ ਆਧਾਰ 'ਤੇ ਪਤਾ ਲੱਗ ਜੇ, ਜਾਂ ਕੋਈ ਹੋਰ ਵਿਅਕਤੀ ਦੇ ਥਰੂ ਪਤਾ ਲੱਗ ਜੇ ਕਿ ਓਫੈਂਸ ਕਮਿਟ ਹੋਇਆ। ਇਹਨਾਂ ਤਿੰਨ ਸਿਚੁਏਸ਼ਨ ਦੇ ਵਿੱਚ ਜੱਜ ਕਦੇ ਵੀ ਕਿਸੇ ਵੀ ਟਾਈਮ ਕੋਗਨੀਜੈਂਸ ਲੈ ਸਕਦਾ ਹੈ। ਅੱਗੇ ਇੱਕ ਕੇਸ ਹੈ ਸਟੇਟ ਆਫ ਮਹਾਰਾਸ਼ਟਰ ਵਰਸਸ ਬੁੱਧੀਕੋਟਾ ਸੁੱਬੋਰਾਓ। ਇਸ ਦੇ ਵਿੱਚ ਕਿਆ ਰੱਖਿਆ ਹੈ? ਇਟ ਵਾਜ਼ ਓਬਜ਼ਰਵਡ ਦੈਟ ਕੋਗਨੀਜੈਂਸ ਮੀਨਸ, ਕੋਗਨੀਜੈਂਸ ਦਾ ਮਤਲਬ ਦੱਸਿਆ ਗਿਆ ਹੈ। ਕਿਆ ਮਤਲਬ ਹੈ? ਟੇਕਿੰਗ ਨੋਟਿਸ ਆਫ ਦੈਟ ਓਫੈਂਸ, ਕਿਸੇ ਵੀ ਓਫੈਂਸ ਦਾ ਨੋਟਿਸ ਲੈਣਾ। The word cognizance imply the time when a magistrate or a judge first takes judicial notice of an offence। ਇਹ ਇੱਕ ਤਰ੍ਹਾਂ ਦਾ ਕੋਗਨੀਜੈਂਸ ਟਾਈਮ ਹੁੰਦਾ ਹੈ ਜਦੋਂ ਜੱਜ ਜਾਂ ਮੈਜਿਸਟ੍ਰੇਟ ਪਹਿਲੀ ਵਾਰੀ ਜੁਡੀਸ਼ੀਅਲ ਨੋਟਿਸ ਲੈਂਦਾ ਹੈ ਕਿਸੇ ਵੀ ਓਫੈਂਸ ਦਾ। ਕੋਗਨੀਜੈਂਸ ਵਰਡ ਕਿਸੇ ਵੀ ਸਟੈਚੂਟ ਦੇ ਵਿੱਚ ਡਿਫਾਈਨ ਨਹੀਂ ਕੀਤਾ ਗਿਆ। ਇਸ ਦਾ ਜੋ ਡੈਫੀਨੇਸ਼ਨ ਹੈ ਇਹ ਜੁਡੀਸ਼ੀਅਲ ਪ੍ਰੋਸੀਡੈਂਟਸ ਔਰ ਕੇਸਿਸ ਹੁੰਦੇ ਆ ਜੋ ਉਹਨਾਂ ਦੇ ਵਿੱਚੋਂ ਹੀ ਕੱਢਿਆ ਗਿਆ ਹੈ। ਜਦੋਂ ਕੋਰਟ ਕਿਸੇ ਵੀ ਓਫੈਂਸ ਦਾ ਕੋਗਨੀਜੈਂਸ ਜਾਂ ਨੋਟਿਸ ਲੈਂਦੀ ਹੈ ਤਾਂ ਉਸ ਟਾਈਮ ਕੋਰਟ ਨੂੰ ਇਹ ਡਿਸਾਈਡ ਕਰਨਾ ਪੈਂਦਾ ਹੈ ਕਿ ਕਿਆ ਜੋ ਫੈਕਟ ਮੇਰੇ ਸਾਹਮਣੇ ਆਏ ਨੇ, ਕਿਆ ਇਹ ਸੱਚ ਹੈ ਜਾਂ ਝੂਠ ਹੈ, ਕਿਆ ਓਫੈਂਸ ਬਣਦਾ ਵੀ ਹੈ ਜਾਂ ਨਹੀਂ ਬਣਦਾ ਹੈ। ਇਹ ਸਾਰਾ ਕੁਛ ਜੱਜ ਨੂੰ ਵੈਰੀਫਾਈ ਕਰਨਾ ਪੈਂਦਾ ਹੈ। ਸਾਰੇ ਐਲੀਮੈਂਟਸ ਹੁੰਦੇ ਆ ਜੋ ਓਫੈਂਸ ਦੇ ਲਈ, ਉਹਨਾਂ ਨੂੰ ਕਨਫਰਮ ਕਰਨਾ ਪੈਂਦਾ ਹੈ। ਇਹ ਗੱਲ ਕਿੱਥੇ ਕਹੀ ਗਈ ਹੈ? ਇਹ ਕੇਸ 'ਚ ਕਹੀ ਗਈ ਸੀ ਨੂਪੁਰ ਤਲਵਾਰ ਵਰਸਸ CBI। ਇਸ ਕੇਸ ਦੇ ਵਿੱਚ ਡਾਕਟਰ ਨੇ ਹਸਬੈਂਡ ਵਾਈਫ ਉਹਨਾਂ ਨੇ ਆਪਣੀ ਲੜਕੀ ਮਾਰਤੀ ਸੀ, ਉਹਦੇ ਨੌਕਰ 'ਤੇ ਇਲਜ਼ਾਮ ਲਗਾਤਾ ਸੀ। ਅੱਗੇ ਇੱਕ ਹੋਰ ਕੇਸ ਹੈ ਭੂਸ਼ਣ ਕੁਮਾਰ ਵਰਸਸ ਸਟੇਟ NCT ਆਫ ਦਿੱਲੀ। ਇਹਦਾ ਤੁਸੀਂ ਨੰਬਰ ਦੇਖ ਸਕਦੇ ਹੋ। ਇਹ ਸੁਪਰੀਮ ਕੋਰਟ ਨੇ ਇਸ ਕੇਸ 'ਚ ਕਿਹਾ ਗਿਆ, ਜੇਕਰ ਜਦੋਂ ਆਪਾਂ ਕੋਈ ਵੀ ਕੋਰਟ ਕੋਗਨੀਜੈਂਸ ਲੈਂਦੀ ਹੈ, ਜੇਕਰ ਕੋਰਟ ਨੂੰ ਲੱਗਦਾ ਹੈ ਕਿ ਉਹਦੇ ਕੋਲ ਸਫੀਸ਼ੀਐਂਟ ਰੀਜ਼ਨ ਨੇ, ਓਫੈਂਸ ਐਕਚੁਅਲ 'ਚ ਕਮਿਟ ਹੋਇਆ ਹੈ, ਸਾਰੇ ਐਲੀਮੈਂਟ ਪੂਰੇ ਨੇ, ਤਾਂ ਕੀ ਕਰਦਾ ਹੈ ਮੈਜਿਸਟ੍ਰੇਟ ਪ੍ਰੋਸੈਸ ਅੱਗੇ ਚਲਾਉਂਦਾ ਹੈ ਅੰਡਰ ਸੈਕਸ਼ਨ 204 ਆਫ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ। ਹਾਂਜੀ, ਹੁਣ ਆਪਾਂ ਅੱਗੇ ਡਿਸਕਸ ਕਰਾਂਗੇ ਸੈਕਸ਼ਨ 200 ਆਫ CRPC। ਸੈਕਸ਼ਨ 200 ਆਫ CRPC ਕਿਹਦੇ ਨਾਲ ਡੀਲ ਕਰਦਾ ਹੈ? ਐਗਜ਼ਾਮੀਨੇਸ਼ਨ ਆਫ ਕੰਪਲੇਨੈਂਟ। ਜੋ ਵੀ ਮੈਜਿਸਟ੍ਰੇਟ ਕੋਗਨੀਜੈਂਸ ਲੈਂਦਾ ਹੈ ਕਿਸੇ ਵੀ ਓਫੈਂਸ ਦਾ ਔਨ ਕੰਪਲੇਂਟ, ਉਹਦੀ ਡਿਊਟੀ ਬਣਦੀ ਹੈ ਕਿ ਕੰਪਲੇਨੈਂਟ ਨੂੰ ਐਗਜ਼ਾਮਿਨ ਕਰੇ, ਐਂਡ ਜੇਕਰ ਕੋਈ ਉਹਦੇ ਨਾਲ ਵਿਟਨੈਸ ਪ੍ਰੈਜੈਂਟ ਹੈ ਅਤੇ ਉਹਨੂੰ ਵੀ ਐਗਜ਼ਾਮਿਨ ਕਰੇ। ਐਗਜ਼ਾਮੀਨੇਸ਼ਨ ਹੋਣਾ ਚਾਹੀਦਾ ਹੈ, ਇਹ ਰਿਟਨ ਫਾਰਮ 'ਚ ਹੋਣਾ ਚਾਹੀਦਾ ਹੈ। ਇਹ ਕੰਪਲੇਨੈਂਟ ਐਂਡ ਵਿਟਨੈਸ ਦੇ ਦੁਆਰਾ ਸਾਈਨਡ ਹੋਣਾ ਚਾਹੀਦਾ ਹੈ ਐਂਡ ਆਲਸੋ ਬਾਈ ਦ ਮੈਜਿਸਟ੍ਰੇਟ। ਕੰਪਲੇਨੈਂਟ ਐਂਡ ਵਿਟਨੈਸ ਦੋਵਾਂ ਨੂੰ ਐਗਜ਼ਾਮਿਨ ਕਰਨ ਦੀ ਜ਼ਰੂਰਤ ਕਿਸ ਕੇਸ 'ਚ ਨਹੀਂ ਆਉਂਦੀ, ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ। ਪਹਿਲਾ ਕੇਸ ਜਿਸ 'ਚ ਪਬਲਿਕ ਸਰਵੈਂਟ ਕੋਈ ਵੀ ਐਕਟ ਕਰਦਾ ਹੈ ਇਨ ਡਿਸਚਾਰਜ ਆਫ ਹਿਜ਼ ਆਫੀਸ਼ੀਅਲ ਡਿਊਟੀ, ਉਸ ਕੇਸ 'ਚ ਐਗਜ਼ਾਮਿਨ ਕਰਨ ਦੀ ਲੋੜ ਨਹੀਂ ਹੈਗੀ। ਐਂਡ ਕੋਰਟ ਨੇ ਕੰਪਲੇਂਟ ਫਾਈਲ ਕੀਤੀ ਹੈ, ਉਸ ਕੇਸ 'ਚ ਵੀ ਐਗਜ਼ਾਮਿਨ ਕਰਨ ਦੀ ਲੋੜ ਨਹੀਂ ਹੈ ਕੰਪਲੇਨੈਂਟ ਨੂੰ ਐਂਡ ਵਿਟਨੈਸਿਸ ਨੂੰ। ਦੂਜਾ ਕੇਸ ਹੈ ਜਦੋਂ ਮੈਜਿਸਟ੍ਰੇਟ ਇਨਕੁਆਇਰੀ ਐਂਡ ਟਰਾਇਲ ਵਾਸਤੇ ਕੇਸ ਫਾਰਵਰਡ ਕਰ ਦਿੰਦਾ ਹੈ ਅੰਡਰ ਸੈਕਸ਼ਨ 192 ਕਿਸੇ ਦੂਜੇ ਮੈਜਿਸਟ੍ਰੇਟ ਨੂੰ। ਹੁਣ ਜੋ ਪਹਿਲੇ ਮੈਜਿਸਟ੍ਰੇਟ ਨੇ ਐਗਜ਼ਾਮੀਨੇਸ਼ਨ ਕੀਤੀ ਹੁੰਦੀ ਹੈ ਕੰਪਲੇਨੈਂਟ ਐਂਡ ਵਿਟਨੈਸਿਸ ਦੀ, ਤਾਂ ਜੋ ਬਾਅਦ 'ਚ ਮੈਜਿਸਟ੍ਰੇਟ ਦੇ ਕੋਲ ਕੇਸ ਜਾਂਦਾ ਹੈ ਤਾਂ ਉਹਨੂੰ ਰੀ ਐਗਜ਼ਾਮਿਨ ਕਰਨ ਦੀ ਜ਼ਰੂਰਤ ਨਹੀਂ ਹੈ। ਹਾਂਜੀ,
ਹੁਣ ਅੱਗੇ ਆਪਾਂ ਡਿਸਕਸ ਕਰਦੇ ਹਾਂ ਸੈਕਸ਼ਨ 201 ਆਫ CRPC। 201 CRPC ਕਿਸ ਨਾਲ ਡੀਲ ਕਰਦਾ ਹੈ? ਪ੍ਰੋਸੀਜਰ ਬਾਏ ਮੈਜਿਸਟ੍ਰੇਟ ਨੋਟ ਕੰਪੀਟੈਂਟ ਟੂ ਟੇਕ ਕੋਗਨੀਜੈਂਸ ਆਫ ਦਾ ਕੇਸ। ਜਦੋਂ ਕੋਈ ਵੀ ਕੰਪਲੇਂਟ ਕਿਸੇ ਮੈਜਿਸਟ੍ਰੇਟ ਕੋਲ ਫਾਈਲ ਕਰਦੇ ਨੇ ਅਤੇ ਉਹ ਮੈਜਿਸਟ੍ਰੇਟ ਕੰਪੀਟੈਂਟ ਨਹੀਂ ਹੈ ਕੋਗਨੀਜੈਂਸ ਲੈਣ ਵਾਸਤੇ ਉਸ ਅਫੈਂਸ ਦਾ, ਦੈਨ ਉਹ ਕੀ ਕਰੂਗਾ, ਕਿਹੜਾ ਪ੍ਰੋਸੀਜਰ ਫੋਲੋ ਕਰੂਗਾ? ਸਭ ਤੋਂ ਪਹਿਲਾ ਪ੍ਰੋਸੀਜਰ ਫੋਲੋ ਕਰੂਗਾ ਉਹ, ਇਨ ਕੇਸ ਕੰਪਲੇਂਟ ਰਿਟਨ ਫਾਰਮ 'ਚ ਫਾਈਲ ਕੀਤੀ ਗਈ ਹੈ, ਦੈਨ ਮੈਜਿਸਟ੍ਰੇਟ ਉਸ ਕੰਪਲੇਂਟ ਨੂੰ ਰਿਟਰਨ ਕਰੂਗਾ ਉੱਪਰ ਨੋਟ ਦੇ ਕੇ ਕਿ ਇਸ ਨੂੰ ਪ੍ਰੋਪਰ ਕੋਰਟ 'ਚ ਫਾਈਲ ਕੀਤਾ ਜਾਵੇ। ਦੂਜਾ, ਜੇਕਰ ਕੇਸ ਜਾਂ ਕੰਪਲੇਂਟ ਰਿਟਨ ਫਾਰਮ 'ਚ ਨਹੀਂ ਹੈ ਤਾਂ ਉਹ ਕੰਪਲੇਨਟ ਨੂੰ ਡਾਇਰੈਕਟ ਕਰੇਗਾ ਪ੍ਰੋਪਰ ਕੋਰਟ 'ਚ ਜਾਣ ਵਾਸਤੇ। ਹਾਂਜੀ, ਹੁਣ ਆਪਾਂ ਡਿਸਕਸ ਕਰਦੇ ਹਾਂ ਸੈਕਸ਼ਨ 202 ਜੋ ਬੇਸਿਕਲੀ ਡੀਲ ਕਰਦਾ ਹੈ ਪੋਸਟਪੋਨਮੈਂਟ ਆਫ ਇਸ਼ੂ ਆਫ ਪ੍ਰੋਸੈਸ, ਕਿ ਮੈਜਿਸਟ੍ਰੇਟ ਇਸ਼ੂ ਆਫ ਪ੍ਰੋਸੈਸ ਨੂੰ ਪੋਸਟਪੋਨ ਕਰ ਸਕਦਾ ਹੈ ਅੰਡਰ ਸੈਕਸ਼ਨ 202। ਹੁਣ ਜੋ ਵੀ ਮੈਜਿਸਟ੍ਰੇਟ ਦੇ ਸਾਹਮਣੇ ਕੰਪਲੇਂਟ ਫਾਈਲ ਹੁੰਦੀ ਹੈ ਜਾਂ ਮੈਜਿਸਟ੍ਰੇਟ ਦੇ ਕੋਲ ਕੋਈ ਵੀ ਕੰਪਲੇਂਟ ਫਾਰਵਰਡ ਹੋ ਕੇ ਆਉਂਦੀ ਹੈ ਅੰਡਰ ਸੈਕਸ਼ਨ 192 ਆਫ CRPC, ਇਸ 'ਚ ਜਦੋਂ ਆਫਟਰ ਰਿਸੀਵਿੰਗ ਆਫ ਕੰਪਲੇਂਟ ਮੈਜਿਸਟ੍ਰੇਟ ਕਿਆ ਕਰ ਸਕਦਾ ਹੈ ਕਿ ਪੋਸਟਪੋਨ ਕਰ ਸਕਦਾ ਹੈ ਇਸ਼ੂ ਆਫ ਪ੍ਰੋਸੈਸ ਨੂੰ ਜੋ ਕਿ ਅਗੇਂਸਟ ਦਾ ਐਕਿਊਜ਼ਡ ਹੈ। ਇਸ਼ੂ ਆਫ ਪ੍ਰੋਸੈਸ ਕੀ ਹੁੰਦੀ ਹੈ ਕਿ ਸੰਮਨ ਜਾਂ ਵਾਰੰਟ ਜਾਰੀ ਕਰਨੇ ਐਕਿਊਜ਼ਡ ਨੂੰ ਕਿ ਤੁਸੀਂ ਕੋਰਟ 'ਚ ਪੇਸ਼ ਹੋਵੋ ਜਾ ਕੇ। ਇਹ ਬੇਸਿਕਲੀ ਕਿਵੇਂ ਮੈਜਿਸਟ੍ਰੇਟ ਕਰਵਾਉਂਦਾ ਹੈ? ਮੈਜਿਸਟ੍ਰੇਟ ਕਿਆ ਕਰਦਾ ਹੈ ਇਸ 'ਚ, ਜਾਂ ਤਾਂ ਖੁਦ ਇਨਕੁਆਇਰੀ ਕਰਦਾ ਹੈ ਉਸ ਮੈਟਰ 'ਚ ਜਾਂ ਇਨਵੈਸਟੀਗੇਸ਼ਨ ਦੀ ਡਾਇਰੈਕਸ਼ਨ ਦਿੰਦਾ ਹੈ ਪੁਲਿਸ ਅਫਸਰ ਨੂੰ ਕਿ ਤੁਸੀਂ ਇਨਵੈਸਟੀਗੇਟ ਕਰੋ ਇਸ ਮੈਟਰ ਨੂੰ, ਜਾਂ ਇਸ ਕੰਪਲੇਂਟ ਦੇ ਵਿੱਚ ਜੋ ਫੈਕਟ ਲਿਖੇ ਨੇ ਇਹਨਾਂ ਦੇ ਉੱਤੇ ਤੁਸੀਂ ਇਨਵੈਸਟੀਗੇਸ਼ਨ ਕਰਕੇ ਮੈਨੂੰ ਰਿਪੋਰਟ ਫਾਈਲ ਕਰੋ, ਜਾਂ ਕਿਸੇ ਹੋਰ ਵੀ ਪਰਸਨ ਦੀ ਡਿਊਟੀ ਲਗਾ ਸਕਦਾ ਜਿਹੜਾ ਉਸਨੂੰ ਫਿੱਟ ਲੱਗਦਾ ਹੈ। ਇਸ ਦੇ ਪਿੱਛੇ ਪਰਪਸ ਕੀ ਹੁੰਦਾ ਹੈ ਇਹ ਸਭ ਕਰਵਾਉਣ ਦਾ, ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਕਰਵਾਉਣ ਦਾ? ਇਹਦੇ ਪਿੱਛੇ ਇੱਕ ਮੇਨ ਪਰਪਸ ਇਹੀ ਹੁੰਦਾ ਹੈ ਕਿ ਡਿਸਾਈਡ ਕਰਨਾ ਵੈਦਰ ਔਰ ਨੋਟ ਦੇਰ ਇਜ਼ ਸਫੀਸ਼ੀਐਂਟ ਗਰਾਊਂਡ ਫॉर ਪ੍ਰੋਸੀਡਿੰਗ। ਹੁਣ ਅੱਗੇ ਆਪਾਂ ਕੀ ਡਿਸਕਸ ਕਰਦੇ ਹਾਂ? ਡਾਇਰੈਕਸ਼ਨ ਫॉर ਇਨਵੈਸਟੀਗੇਸ਼ਨ ਕਿੱਥੇ ਨਹੀਂ ਆਰਡਰ ਕੀਤੀ ਜਾ ਸਕਦੀ ਮੈਜਿਸਟ੍ਰੇਟ ਦੇ ਦੁਆਰਾ। ਜਦੋਂ ਮੈਜਿਸਟ੍ਰੇਟ ਦੇ ਕੋਲ ਕਿਸੇ ਵੀ ਅਫੈਂਸ ਦੇ ਰਿਲੇਟਡ ਕੰਪਲੇਂਟ ਆਉਂਦੀ ਹੈ ਅਤੇ ਮੈਜਿਸਟ੍ਰੇਟ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਸੈਸ਼ਨ ਕੋਰਟ ਦਾ ਮੈਟਰ ਹੈ, ਇਹ ਉਸ ਦੇ ਸਾਹਮਣੇ ਨਹੀਂ ਡੀਲ ਕੀਤਾ ਜਾ ਸਕਦਾ, ਦੈਨ ਉਹ ਡਾਇਰੈਕਸ਼ਨ ਫॉर ਇਨਵੈਸਟੀਗੇਸ਼ਨ ਉਸ ਕੇਸ 'ਚ ਬਿਲਕੁਲ ਨਹੀਂ ਕਰ ਸਕਦਾ। ਦੂਜਾ, ਇਨ ਕੇਸ ਮੈਜਿਸਟ੍ਰੇਟ ਦੇ ਸਾਹਮਣੇ ਕੋਈ ਵੀ ਕੰਪਲੇਂਟ ਫਾਈਲ ਕੀਤੀ ਗਈ ਹੈ, ਜਦੋਂ ਤੱਕ ਕੰਪਲੇਨੈਂਟ ਐਂਡ ਦਾ ਵਿਟਨੈਸ ਜੋ ਉਸਦੇ ਸਾਹਮਣੇ ਪ੍ਰੈਜ਼ੈਂਟ ਹੈ ਉਹ ਆਪਣਾ ਐਗਜ਼ਾਮੀਨੇਸ਼ਨ ਔਨ ਓਥ ਨਹੀਂ ਕਰਵਾਉਂਦੇ, ਉਦੋਂ ਤੱਕ ਡਾਇਰੈਕਸ਼ਨ ਫॉर ਇਨਵੈਸਟੀਗੇਸ਼ਨ ਬਾਏ ਮੈਜਿਸਟ੍ਰੇਟ ਨੋਟ ਪੋਸੀਬਲ। ਹੁਣ ਅੱਗੇ ਆਪਾਂ ਇਹ ਡਿਸਕਸ ਕਰਦੇ ਹਾਂ, ਇਨ ਕੇਸ ਮੈਜਿਸਟ੍ਰੇਟ ਦੇ ਸਾਹਮਣੇ ਕੋਈ ਵੀ ਕੰਪਲੇਂਟ ਫਾਈਲ ਹੁੰਦੀ ਹੈ ਅਤੇ ਮੈਜਿਸਟ੍ਰੇਟ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਸ ਕੇਸ 'ਚ ਮੈਂ ਡੀਲ ਕੁਛ ਨਹੀਂ ਕਰ ਸਕਦਾ, ਇਸ 'ਚ ਸੈਸ਼ਨ ਕੋਰਟ ਹੀ ਇਸ ਨੂੰ ਟਰਾਏਬਲ ਹੈ, ਉਹਦੇ ਸਾਹਮਣੇ ਹੀ ਇਹ ਟਰਾਏਬਲ ਹੈ, ਤਾਂ ਮੈਜਿਸਟ੍ਰੇਟ ਆਪਣੇ ਸਾਹਮਣੇ ਕੰਪਲੇਨੈਂਟ ਨੂੰ ਆਪਣੇ ਗਵਾਹਾਂ ਦੇ ਨਾਲ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਉੱਥੇ ਐਗਜ਼ਾਮਿਨ ਕਰਦਾ ਹੈ ਆਪਣੇ ਸਾਹਮਣੇ। ਅੱਗੇ ਆਪਾਂ ਡਿਸਕਸ ਕਰਦੇ ਹਾਂ, ਜੇਕਰ ਇਨਵੈਸਟੀਗੇਸ਼ਨ ਅਦਰ ਪਰਸਨ ਦੇ ਦੁਆਰਾ ਕੀਤੀ ਗਈ ਹੈ ਨੋਟ ਬਾਏ ਪੁਲਿਸ ਆਫਿਸਰ, ਉਸ ਕੇਸ 'ਚ ਉਸ ਪਰਸਨ ਕੋਲ ਪਾਵਰ ਟੂ ਅਰੈਸਟ ਵਿਦਾਊਟ ਵਾਰੰਟ ਨਹੀਂ ਹੋ ਸਕਦਾ, ਬਲਕਿ ਆਫਿਸਰ ਇੰਚਾਰਜ ਆਫ ਪੁਲਿਸ ਸਟੇਸ਼ਨ ਦੇ ਵਾਂਗ ਉਹ ਬਾਕੀ ਦੀ ਆਪਣੀ ਪਾਵਰਾਂ ਯੂਜ਼ ਕਰ ਸਕਦਾ ਹੈ, ਪਰੰਤੂ ਅਰੈਸਟ ਨਹੀਂ ਕਰ ਸਕਦਾ ਵਿਦਾਊਟ ਵਾਰੰਟ। ਹਾਂਜੀ, ਹੁਣ ਅੱਗੇ ਆਪਾਂ ਡਿਸਕਸ ਕਰਦੇ ਹਾਂ ਸੈਕਸ਼ਨ 203 ਜੋ ਕਿ ਬੇਸਿਕਲੀ ਡੀਲ ਕਰਦਾ ਹੈ ਡਿਸਮਿਸਲ ਆਫ ਕੰਪਲੇਂਟ, ਕਿ ਮੈਜਿਸਟ੍ਰੇਟ ਕਿਸੇ ਵੀ ਕੰਪਲੇਂਟ ਨੂੰ ਡਿਸਮਿਸ ਕਰ ਸਕਦਾ ਹੈ। ਕਦੋਂ? ਜਦੋਂ ਕੰਪਲੇਨੈਂਟ ਐਂਡ ਵਿਟਨੈਸ ਦੀ ਸਟੇਟਮੈਂਟ ਨੂੰ ਔਨ ਓਥ ਐਗਜ਼ਾਮੀਨੇਸ਼ਨ ਕਰ ਲੈਂਦਾ ਹੈ ਕੋਈ ਵੀ ਮੈਜਿਸਟ੍ਰੇਟ, ਐਂਡ ਉਸ ਤੋਂ ਬਾਅਦ ਇਨਕੁਆਇਰੀ ਐਂਡ ਇਨਵੈਸਟੀਗੇਸ਼ਨ ਜੋ ਅੰਡਰ ਸੈਕਸ਼ਨ 202 ਮੈਜਿਸਟ੍ਰੇਟ ਨੇ ਕਰਵਾਈ ਸੀ ਉਹਦਾ ਵੀ ਰਿਜ਼ਲਟ ਆ ਜਾਂਦਾ ਹੈ, ਤਾਂ ਮੈਜਿਸਟ੍ਰੇਟ ਦੀ ਆਫਟਰ ਰਿਜ਼ਲਟ ਆਫ ਇਨਕੁਆਇਰੀ ਐਂਡ ਇਨਵੈਸਟੀਗੇਸ਼ਨ ਇਹ ਓਪੀਨੀਅਨ ਬਣ ਜਾਂਦੀ ਹੈ ਕਿ ਦੇਰ ਇਜ਼ ਨੋ ਸਫੀਸ਼ੀਐਂਟ ਗਰਾਊਂਡ ਫॉर ਪ੍ਰੋਸੀਡਿੰਗ, ਕਿ ਕੋਈ ਸਫੀਸ਼ੀਐਂਟ ਗਰਾਊਂਡ ਫॉर ਪ੍ਰੋਸੀਡਿੰਗ ਤਾਂ ਹੈ ਹੀ ਨਹੀਂ ਇਸ ਕੇਸ 'ਚ, ਤਾਂ ਮੈਜਿਸਟ੍ਰੇਟ ਕਿਆ ਕਰਦਾ ਹੈ ਕੰਪਲੇਂਟ ਨੂੰ ਡਿਸਮਿਸ ਕਰਦਾ ਹੈ, ਪਰ ਉਸ ਨੂੰ ਡਿਸਮਿਸ ਕਰਨ ਦਾ ਰੀਜ਼ਨ ਲਿਖਣਾ ਪੈਂਦਾ ਹੈ।
ਹਾਂਜੀ, ਅੱਗੇ ਆਪਾਂ ਡਿਸਕਸ ਕਰਦੇ ਹਾਂ ਸੈਕਸ਼ਨ 204 ਆਫ CRPC। 204 CRPC ਦਾ ਕੀ ਕਹਿੰਦਾ, ਇਸ਼ੂ ਆਫ ਪ੍ਰੋਸੈਸ। ਜੇਕਰ ਜੱਜ ਮੈਜਿਸਟ੍ਰੇਟ ਦੀ ਓਪੀਨੀਅਨ ਹੈ, ਜੋ ਕੋਗਨੀਜੈਂਸ ਲੈ ਰਿਹਾ ਹੈ ਕਿ ਉਹਦੇ ਕੋਲ ਸਫੀਸ਼ੀਐਂਟ ਗਰਾਊਂਡ ਹੈ ਪ੍ਰੋਸੀਡ ਕਰਨ ਵਾਸਤੇ, ਦੈਨ ਉਹ ਕੀ ਕਰੇਗਾ, ਉਹ ਸੰਮਨ ਜਾਰੀ ਕਰੇਗਾ ਜਾਂ ਵਾਰੰਟ ਜਾਰੀ ਕਰੇਗਾ ਅਕਿਊਜ਼ਡ ਨੂੰ ਕੋਰਟ 'ਚ ਬੁਲਾਉਣ ਵਾਸਤੇ। ਉਹ ਆਪਣੀ ਕੋਰਟ 'ਚ ਬੁਲਾਉਣ ਵਾਸਤੇ ਵੀ ਸੰਮਨ ਇਸ਼ੂ ਕਰ ਸਕਦਾ ਹੈ। ਜੇਕਰ ਉਹਨੂੰ ਲੱਗਦਾ ਹੈ ਕਿ ਇਹ ਕਿਸੇ ਹੋਰ ਕੋਰਟ ਦੀ ਜੂਰੀਡਿਕਸ਼ਨ ਦੇ ਅੰਦਰ ਆਉਂਦਾ ਹੈ ਤਾਂ ਉਹਦੇ ਲਈ ਵੀ ਉਹ ਸੰਮਨ ਇਸ਼ੂ ਕਰ ਸਕਦਾ ਹੈ। ਸੰਮਨ ਇਸ਼ੂ ਕਰਨ ਜਾਂ ਵਾਰੰਟ ਇਸ਼ੂ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਜੋ ਜਿਹਨੇ ਕੇਸ ਪਾਇਆ ਹੈ, ਪ੍ਰੋਸੀਕਿਊਸ਼ਨ ਨੇ ਕੇਸ ਪਾਇਆ ਹੈ, ਉਸਨੂੰ ਆਪਣੇ ਗਵਾਹਾਂ ਦੀ ਲਿਸਟ ਦੇਣੀ ਪੈਂਦੀ ਹੈ। ਅੱਗੇ ਜੋ ਵੀ ਸੰਮਨ ਐਂਡ ਵਾਰੰਟ ਜਾਰੀ ਕੀਤਾ ਹੈ ਕੋਰਟ ਵੱਲੋਂ, ਉਹਦੇ ਨਾਲ ਕਾਪੀ ਆਫ ਕੰਪਲੇਂਟ ਜਾਣੀ ਬਹੁਤ ਜ਼ਰੂਰੀ ਹੈ। ਅੱਗੇ ਕੀ ਕਰਦੇ ਹਾਂ ਆਪਾਂ ਡਿਸਕਸ ਕਿ ਜੇਕਰ ਉਹਦੇ ਲਈ ਕੋਈ ਵੀ ਫੀਸ ਰਿਕੁਆਇਰਡ ਹੈ ਬਾਏ ਲਾ, ਤੇ ਉਹ ਫੀਸ ਭਰਨੀ ਜ਼ਰੂਰੀ ਹੈ, ਅਦਰਵਾਈਜ਼ ਮੈਜਿਸਟ੍ਰੇਟ ਉਸ ਦੀ ਕੰਪਲੇਂਟ ਡਿਸਮਿਸ ਕਰ ਦੇਗਾ।